ਕੰਚਨ ਆਊਟਲੁੱਕ। ਜੀਵਨ ਦੇ ਵਿੱਚ ਸੁੱਖਾਂ ਅਤੇ ਦੁੱਖਾਂ ਦਾ ਚੱਕਰ ਚੱਲਦਾ ਰਹਿੰਦਾ ਹੈ। ਹਰ ਇੱਕ ਜੀਵ ਦੇ ਜੀਵਨ ਦੇ ਵਿੱਚ ਸੁੱਖ ਵੀ ਆਉਂਦੇ ਨੇ, ਦੁੱਖ ਵੀ ਆਉਂਦੇ ਨੇ। ਦੁਨਿਆਵੀ ਤੌਰ 'ਤੇ ਵੇਖਿਆ ਜਾਵੇ ਤੇ ਕਈ ਜੀਵ ਇੰਝ ਦੇ ਨੇ, ਕਈ ਮਨੁੱਖ ਇੰਝ ਦੇ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਸੁੱਖ ਜ਼ਿਆਦਾ, ਦੁੱਖ ਘੱਟ ਆਉਂਦਾ ਹੈ, ਤੇ ਕਈ ਇੱਦਾਂ ਦੇ ਵੀ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਦੁੱਖ ਜ਼ਿਆਦਾ ਤੇ ਸੁੱਖ ਘੱਟ ਆਉਂਦਾ ਹੈ। ਰੌਲਾ ਇਹ ਹੈ ਕਿ ਸੁੱਖ ਅਤੇ ਦੁੱਖ ਦੀ ਜੋ ਸਾਡੀ ਸੋਚ ਹੈ ਉਹ ਦੁਨਿਆਵੀ ਹੈ, ਸਰਾਸਰ ਦੁਨਿਆਵੀ ਹੈ। ਮਾਨਸਿਕ ਪੱਧਰ 'ਤੇ ਅਸੀਂ ਇਸ ਗੱਲ ਨੂੰ ਨਹੀਂ ਵਿਚਾਰਦੇ ਕਿ ਅਸਲ ਦੇ ਵਿੱਚ ਸੁੱਖ ਕੀ ਹੈ, ਦੁੱਖ ਕੀ ਹੈ। ਇਹੀ ਕਾਰਨ ਹੈ ਕਿ ਦੁੱਖਾਂ ਤੋਂ ਅਸੀਂ ਭੱਜਦੇ ਹਾਂ, ਸੁੱਖਾਂ ਨੂੰ ਅਸੀਂ ਲੋਚਦੇ ਹਾਂ। ਸੁੱਖ ਪ੍ਰਾਪਤ ਕਰਨ ਦੇ ਲਈ ਬਹੁਤ ਪ੍ਰਕਾਰ ਦੀਆਂ ਚਤੁਰਾਈਆਂ, ਸਿਆਣਪਾਂ ਵਰਤਦੇ ਹਾਂ, ਬਹੁਤ ਪ੍ਰਕਾਰ ਦੀਆਂ ਵਿਧੀਆਂ, ਇੱਥੋਂ ਤੱਕ ਕਿ ਕਈ ਮਨੁੱਖ ਸੁੱਖਾਂ ਦੀ ਪ੍ਰਾਪਤੀ ਦੇ ਲਈ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਾਰਜ ਵੀ ਕਰਦੇ ਨੇ। ਕੀ ਸਾਡੀਆਂ ਚਤੁਰਾਈਆਂ, ਸਾਡੀਆਂ ਸਿਆਣਪਾਂ ਸਾਨੂੰ ਸੁੱਖ ਦਿਵਾ ਪਾਉਂਦੀਆਂ ਨੇ? ਕੀ ਇਹ ਮਿੱਥੇ ਹੋਏ ਜੋ ਧਾਰਮਿਕ ਕਾਰਜ ਹਨ ਇਹ ਸਾਨੂੰ ਸੁੱਖ ਪ੍ਰਦਾਨ ਕਰਨ ਦੇ ਸਮਰੱਥ ਹਨ? ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਬਾਣੀ ਦੇ ਵਿੱਚੋਂ ਸਾਨੂੰ ਮਿਲਣਗੇ। ਲਗਭਗ ਹਰ ਅੰਗ ਦੀ ਬਾਣੀ ਦੇ ਰਾਹੀਂ ਸਾਨੂੰ ਸਾਡੇ ਜੀਵਨ ਦੇ ਨਾਲ ਸੰਬੰਧਿਤ ਕਿਸੇ ਨਾ ਕਿਸੇ ਬੜੇ ਹੀ ਮਹੱਤਵਪੂਰਨ ਸਵਾਲ ਦਾ ਉੱਤਰ ਮਿਲ ਰਿਹਾ ਹੈ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਜੀਵਨ ਕਲਾ ਦੀ ਇੱਕ ਕਿਤਾਬ ਹੈ, ਜਿਹਦੇ ਵਿੱਚ ਦੀਆਂ ਸਿੱਖਿਆਵਾਂ ਨੂੰ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਉਤਾਰ ਲਈਏ, ਇਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤਾਂ ਸਾਡਾ ਜੀਵਨ ਸੁਖਾਲਾ ਹੀ ਸੁਖਾਲਾ ਹੋ ਜਾਏਗਾ। ਸੋ ਕੋਸ਼ਿਸ਼ ਕਰਦੇ ਰਹੋ ਇਹਨਾਂ ਸਿੱਖਿਆਵਾਂ ਨੂੰ ਸਮਝਣ ਦੀ, ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦੀ, ਤੇ ਨਾਲ ਦੀ ਨਾਲ ਅੱਗੇ ਲੋਕਾਂ ਦੇ ਤੱਕ ਵੀ ਇਹਨਾਂ ਸਿੱਖਿਆਵਾਂ ਨੂੰ ਪਹੁੰਚਾਉਣ ਦੀ ਖੇਚਲਾ ਜ਼ਰੂਰ ਕਰਿਆ ਕਰੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਨਾਂ ਸਿੱਖਿਆਵਾਂ ਨੂੰ ਸਮਝ ਸਕਣ, ਆਪਣੇ ਜੀਵਨ ਦਾ ਆਧਾਰ ਬਣਾ ਸਕਣ। ਜੇਕਰ ਤੁਸੀਂ ਸੁਣ ਵੀ ਰਹੇ ਹੋ, ਮੈਂ ਯਕੀਨ ਦੇ ਨਾਲ ਕਹਿ ਸਕਦਾ ਹਾਂ ਕਿ ਸੁਣੀ ਹੋਈ ਬਾਣੀ ਦਾ ਪ੍ਰਭਾਵ ਤੁਹਾਡੇ ਹਿਰਦਿਆਂ ਦੇ ਉੱਪਰ ਜ਼ਰੂਰ ਪਏਗਾ। ਇੱਕ ਵੱਡਾ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਹੀ ਗੱਲ ਵਾਰ-ਵਾਰ ਆਉਂਦੀ ਹੈ, ਉਹ ਇਹੀ ਹੈ ਕਿ ਇੱਕ ਵਾਰ ਸੁਣਨ ਦੇ ਵਿੱਚ ਅਸੀਂ ਉਸ ਸਿੱਖਿਆ ਦਾ ਕੁਝ ਕੁ ਹਿੱਸਾ ਆਪਣੇ ਅੰਦਰ ਵਸਾ ਸਕਦੇ ਹਾਂ, ਅਤੇ ਜਦ ਵਾਰ-ਵਾਰ ਉਹਨੂੰ ਸੁਣਦੇ ਹਾਂ ਤਾਂ ਅੰਤ ਤੱਕ ਜਾਂਦੇ ਜਾਂਦੇ ਉਹ ਸਿੱਖਿਆ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਏਗੀ। ਸੋ ਆਓ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 396ਵੇਂ ਅੰਗ ਦੀ ਬਾਣੀ ਦੀ ਵਿਆਖਿਆ। ਪਹਿਲੇ ਹੀ ਸ਼ਬਦ ਦੇ ਵਿੱਚ ਮਾਂ ਦੇ ਗਰਭ ਧਾਰਨ ਕਰਨ ਅਤੇ ਬੱਚੇ ਦੇ ਜਨਮ ਦੇ ਵਰਤਾਂਤ ਨੂੰ ਲੈ ਕੇ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਇਸ ਜਗਤ ਦੇ ਵਿੱਚ ਆਗਮਨ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਦੋਹਾਂ ਵਿਰਤਾਂਤਾਂ, ਦੋਹਾਂ ਵਰਤਾਰਿਆਂ ਨੂੰ ਜੋੜ ਕੇ ਸਾਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਆਸਾ ਮਹਿਲਾ ਪੰਜਵਾਂ। ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਸਾਚੈ ਯਾਨੀ ਕਿ ਉਸ ਪਰਮਾਤਮਾ ਨੇ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਸਤਿਗੁਰ ਦੀਆ ਭੇਜ, ਗੁਰੂ ਨਾਨਕ ਨੂੰ ਜਗਤ ਵਿੱਚ ਘੱਲਿਆ ਹੈ। ਚਿਰ ਜੀਵਨ ਉਪਜਿਆ ਸੰਜੋਗ, ਗੁਰੂ ਦੀ ਸੰਗਤ ਦੀ ਬਰਕਤ ਨਾਲ ਸਿੱਖਾਂ ਦੇ ਹਿਰਦੇ ਵਿੱਚ ਅਟੱਲ ਆਤਮਿਕ ਜੀਵਨ ਪੈਦਾ ਹੋ ਰਿਹਾ ਹੈ। ਉਦਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜਦੋਂ ਮਾਂ ਦੇ ਪੇਟ ਵਿੱਚ ਬੱਚਾ ਆ ਨਿਵਾਸ ਕਰਦਾ ਹੈ ਤਾਂ ਮਾਂ ਦੇ ਮਨ ਵਿੱਚ ਬਹੁਤ ਖੁਸ਼ੀ ਪੈਦਾ ਹੁੰਦੀ ਹੈ। ਤਿਵੇਂ ਹੀ ਜਦੋਂ ਮਨੁੱਖ ਦੇ ਹਿਰਦੇ ਵਿੱਚ ਅਟੱਲ ਆਤਮਿਕ ਜੀਵਨ ਘਰ ਕਰ ਜਾਂਦਾ ਹੈ ਤਾਂ ਮਨੁੱਖ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ, ਉਹਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ। ਇਹ ਭਾਈ ਗੁਰੂ ਨਾਨਕ ਪਰਮਾਤਮਾ ਦਾ ਭਗਤ ਜੰਮਿਆ, ਪਰਮਾਤਮਾ ਦਾ ਪੁੱਤਰ ਜੰਮਿਆ। ਉਸ ਦੀ ਬਰਕਤ ਨਾਲ ਉਸ ਦੀ ਸ਼ਰਨ ਆਉਣ ਵਾਲੇ ਸਾਰੇ ਹੀ ਜੀਵਾਂ ਦੇ ਅੰਦਰ ਧੁਰ ਦਰਗਾਹ ਦਾ ਸੇਵਾ ਭਗਤੀ ਦਾ ਲੇਖ ਉਗੜ ਰਿਹਾ ਹੈ। ਪਰਮਾਤਮਾ ਦੇ ਨਾਲ ਸਾਂਝ ਪਾ ਪਾਉਣ ਦੀ, ਪਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਗੁਣ ਹਰ ਮਨੁੱਖ ਦੇ ਅੰਦਰ ਨੇ। ਉਹਨਾਂ ਵੇਲਿਆਂ ਦੇ ਵਿੱਚ ਵੀ ਹਰ ਮਨੁੱਖ ਦੇ ਅੰਦਰ ਇਹ ਗੁਣ ਸਨ,
ਪਰ ਕੋਈ ਹੈ ਨਹੀਂ ਸੀ ਜੋ ਉਹਨਾਂ ਨੂੰ ਇਸ ਗੱਲ ਬਾਰੇ ਦੱਸ ਸਕੇ, ਤੇ ਗੁਰੂ ਨਾਨਕ ਸਾਹਿਬ ਨੇ ਇਹੀ ਕੀਤਾ। ਉਹਨਾਂ ਨੇ ਲੋਕਾਂ ਦੇ ਅੰਦਰ ਹੀ ਵਸਦੇ ਪ੍ਰਭੂ ਪ੍ਰੇਮ ਨੂੰ ਉਜਾਗਰ ਕੀਤਾ, ਲੋਕਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਪ੍ਰਮਾਤਮਾ ਤੁਹਾਡੇ ਅੰਦਰ ਵਸਦਾ ਹੈ, ਪ੍ਰਮਾਤਮਾ ਦੇ ਨਾਲ ਪ੍ਰੇਮ ਕਰਨ ਦੇ ਗੁਣ ਤੁਹਾਡੇ ਅੰਦਰ ਨੇ, ਤੁਹਾਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ। ਤੁਸੀਂ ਆਪਣੇ ਅੰਦਰੋਂ ਹੀ ਪ੍ਰੇਮ ਨੂੰ ਬਾਹਰ ਕਰਕੇ, ਆਪਣੇ ਅੰਦਰੋਂ ਹੀ ਪ੍ਰੇਮ ਨੂੰ ਉਜਾਗਰ ਕਰਕੇ ਉਸ ਪ੍ਰਮਾਤਮਾ ਦੇ ਨਾਲ ਸਾਂਝ ਕਾਇਮ ਕਰ ਸਕਦੇ। ਪ੍ਰਗਟਿਆ ਸਭ ਮਹਿ ਲਿਖਿਆ ਤੁਰਕ, ਉਹ ਗੁਣ ਜੋ ਸਾਰਿਆਂ ਦੇ ਅੰਦਰ ਸਨ, ਗੁਰੂ ਨਾਨਕ ਸਾਹਿਬ ਨੇ ਆਪਣੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਗੁਣਾਂ ਨੂੰ ਪ੍ਰਗਟ ਕਰ ਦਿੱਤਾ, ਉਜਾਗਰ ਕਰ ਦਿੱਤਾ। ਦਸੀਂ ਮਾਸੀ ਹੁਕਮ ਬਾਲਕ ਜਨਮ ਲੀਆ, ਮਿਟਿਆ ਸੋਗ ਮਹਾ ਆਨੰਦ ਥੀਆ, ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਪਾਵੈ। 10 ਮਹੀਨਿਆਂ ਬਾਅਦ ਜਦੋਂ ਪੁੱਤਰ ਜੰਮਦਾ ਹੈ ਤਾਂ ਉਸ ਘਰ ਦੇ ਵਿੱਚ ਖੁਸ਼ੀਆਂ ਖੇੜੇ ਆ ਜਾਂਦੇ ਨੇ, ਆਨੰਦ ਪੈਦਾ ਹੋ ਜਾਂਦਾ ਹੈ, ਹਰ ਪ੍ਰਕਾਰ ਦੇ ਦੁੱਖ ਦੂਰ ਹੋ ਜਾਂਦੇ ਨੇ। ਕੁਝ ਸਮੇਂ ਦੇ ਲਈ ਉਹ ਪਰਿਵਾਰ ਜਿਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ, ਉਹ ਸਭ ਕੁਝ ਭੁੱਲ ਜਾਂਦਾ ਹੈ, ਪੁੱਤਰ ਦੇ ਜਨਮ ਦੀਆਂ ਖੁਸ਼ੀਆਂ ਮਨਾਉਣ ਦੇ ਵਿੱਚ ਰੁੱਝ ਜਾਂਦਾ ਹੈ। ਪਰਿਵਾਰ ਦਾ ਹਰ ਜੀਅ ਆਪਣੇ ਆਪ ਨੂੰ ਆਨੰਦਿਤ ਹੋਇਆ ਸਮਝਦਾ ਹੈ। ਮਿਟਿਆ ਸੋਗ ਮਹਾ ਆਨੰਦ ਥੀਆ। ਇਸੇ ਪ੍ਰਕਾਰ ਹੀ ਗੁਰੂ ਸਾਹਿਬ ਕਹਿੰਦੇ ਗੁਰਬਾਣੀ ਸਖੀ ਆਨੰਦ ਗਾਵੈ। ਜਦੋਂ ਕੋਈ ਸਖੀ ਸਹੇਲੀ ਗੁਰਬਾਣੀ ਗਾਉਂਦੀ ਹੈ ਤਾਂ ਆਨੰਦ ਪਾਉਂਦੀ ਹੈ, ਉਹੀ ਆਨੰਦ ਜਿਹੜਾ ਪੁੱਤਰ ਦੇ ਜਨਮ ਦੀ ਖੁਸ਼ੀ 'ਚ ਹੁੰਦਾ ਹੈ। ਸਾਚੇ ਸਾਹਿਬ ਕੈ ਮਨ ਭਾਵੈ, ਤੇ ਗੁਰਬਾਣੀ ਗਾਉਣ ਵਾਲੀ ਸਖੀ ਸਹੇਲੀ ਉਸ ਸੱਚੇ ਪ੍ਰਮਾਤਮਾ ਦੇ ਮਨ ਦੇ ਵਿੱਚ ਵੀ ਚੰਗੀ ਲੱਗਦੀ ਹੈ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਅਚਿੰਤ ਏਕ ਲਿਵ ਲਾਇਆ। ਜਿਨ੍ਹਾਂ ਮਨੁੱਖਾਂ ਨੇ ਉਸ ਇੱਕ ਪ੍ਰਮਾਤਮਾ ਦੇ ਵਿੱਚ ਆਪਣੀ ਸੁਰਤ ਜੋੜ ਲਈ, ਉਹ ਅਚਿੰਤ ਹੋ ਗਏ, ਚਿੰਤਾਵਾਂ ਤੋਂ ਮੁਕਤ ਹੋ ਗਏ। ਸਤਿਗੁਰੂ ਨੇ ਉਹਨਾਂ ਨੂੰ ਮਨ ਇੱਛਤ ਫਲ ਬਖਸ਼ ਦਿੱਤਾ। ਜੋ ਗੁਰੂ ਹੈ ਗੁਰਸਿੱਖਾਂ ਦੇ ਅੰਦਰ ਪ੍ਰਮਾਤਮਾ ਦੀ ਧਰਮ ਸੱਤਿਆ ਪੱਕੀ ਕਰਕੇ ਟਿਕਾ ਦਿੰਦਾ ਹੈ। ਇਹ ਗੁਰਸਿੱਖ ਹੀ ਉਸ ਪ੍ਰਮਾਤਮਾ ਦੀ ਵੱਧ ਰਹੀ ਵੇਲ ਹਨ। ਗੁਰੂ ਨਾਨਕ ਦੇ ਸਿੱਖ ਹੀ ਉਸ ਪ੍ਰਮਾਤਮਾ ਦੀ ਚੱਲੀ ਆ ਰਹੀ ਪੀੜ੍ਹੀ ਹਨ। ਤੇ ਦੇਖੋ ਉਹ ਪੀੜ੍ਹੀ ਉਹਨਾਂ ਵੇਲਿਆਂ ਦੀ ਚੱਲੀ ਤੇ ਹੁਣ ਤੱਕ ਚੱਲਦੀ ਆ ਰਹੀ ਹੈ, ਤੇ ਅੱਗੇ ਵੀ ਇੰਝ ਹੀ ਚੱਲਦੀ ਰਹਿਣੀ ਹੈ। ਜਿਉ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਭਾਣ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਭਾਈ ਹੁਣ ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਹਰ ਕੋਈ ਜਾਣਦਾ ਹੈ ਕਿ ਜਿਸ ਮਨੁੱਖ ਉੱਤੇ ਗੁਰੂ ਨਾਨਕ ਦਇਆਵਾਨ ਹੁੰਦਾ ਹੈ, ਜਿਸ ਮਨੁੱਖ ਨੂੰ ਗੁਰੂ ਨਾਨਕ ਨਾਮ ਦੀ ਦਾਤ ਦਿੰਦਾ ਹੈ, ਉਹ ਮਨੁੱਖ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ, ਗੁਰੂ ਦੀ ਰਜ਼ਾ ਅਧੀਨ ਹੀ ਬੋਲਦਾ ਹੈ। ਉਹ ਹੀ ਬੋਲਦਾ ਹੈ ਜੋ ਗੁਰੂ ਨੂੰ ਚੰਗਾ ਲੱਗ ਸਕਦਾ ਹੈ। ਉਹ ਮਨੁੱਖ ਆਪਣੇ ਗੁਰੂ ਉੱਤੇ ਇੰਜ ਫਖਰ ਕਰਦਾ ਹੈ, ਇੰਜ ਮਾਣ ਕਰਦਾ ਹੈ, ਜਿਵੇਂ ਕੋਈ ਪੁੱਤਰ ਆਪਣੇ ਪਿਓ ਤੇ ਮਾਣ ਕਰਦਾ ਹੈ। ਜਿਵੇਂ ਪੁੱਤਰ ਨੂੰ ਆਪਣੇ ਪਿਓ ਤੋਂ ਸਹਾਇਤਾ ਦੀ ਆਸ ਹੁੰਦੀ ਹੈ, ਉਂਝ ਹੀ ਗੁਰਸਿੱਖਾਂ ਨੂੰ ਗੁਰੂ ਨਾਨਕ ਤੋਂ, ਗੁਰੂ ਨਾਨਕ ਦੀਆਂ ਸਿੱਖਿਆਵਾਂ ਤੋਂ, ਗੁਰੂ ਨਾਨਕ ਦੀ ਬਾਣੀ ਤੋਂ ਸਹਾਇਤਾ ਦੀ ਆਸ ਹੁੰਦੀ ਹੈ, ਤੇ ਇਹ ਆਸ ਪੂਰੀ ਵੀ ਹੁੰਦੀ ਹੈ। ਗੁਰੂ ਸਾਹਿਬ ਇਸ ਆਸ ਤੇ ਖਰੇ ਵੀ ਉਤਰਦੇ ਨੇ। ਆਸਾ ਮਹਿਲਾ ਪੰਜਵਾਂ। ਗੁਰ ਪੂਰੇ ਰਾਖਿਆ ਦੇ ਹਾਥ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਇਹ ਭਾਈ ਜਿਸ ਸੇਵਕ ਨੂੰ ਪੂਰਾ ਗੁਰੂ ਆਪਣਾ ਹੱਥ ਦੇ ਕੇ ਵਿਕਾਰ ਆਦਿਕ ਤੋਂ ਬਚਾ ਕੇ ਰੱਖਦਾ ਹੈ, ਉਸ ਦੀ ਸ਼ੋਭਾ ਵਡਿਆਈ ਸਾਰੇ ਜਗਤ ਵਿੱਚ ਉਗੜ ਪੈਂਦੀ ਹੈ, ਉਹਦਾ ਪ੍ਰਤਾਪ ਸਾਰੇ ਜਗਤ ਦੇ ਵਿੱਚ ਹੋ ਜਾਂਦਾ ਹੈ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਓ। ਇਹ ਭਾਈ ਮੈਂ ਸਦਾ ਗੁਰੂ ਨੂੰ ਹੀ ਯਾਦ ਕਰਦਾ ਹਾਂ, ਸਦਾ ਗੁਰੂ ਦਾ ਹੀ ਧਿਆਨ ਧਰਦਾ ਹਾਂ, ਗੁਰੂ ਪਾਸੋਂ ਹੀ ਮੈਂ ਆਪਣੇ ਮਨ ਦੀ ਮੰਗੀ ਹੋਈ ਲੋੜ ਹਾਸਲ ਕਰਦਾ ਹਾਂ। ਸ਼ਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ। ਜਿਹੜੇ ਸੇਵਕ ਸਦਾ ਥਿਰ ਪ੍ਰਭੂ ਦੇ ਰੂਪ ਸਤਿਗੁਰੂ ਦਾ ਆਸਰਾ ਲੈਂਦੇ ਹਨ, ਉਹਨਾਂ ਦੀ ਕੀਤੀ ਹੋਈ ਸੇਵਾ ਸਿਰੇ ਚੜ੍ਹ ਜਾਂਦੀ ਹੈ। ਜੀਓ ਪਿੰਡ ਜੋਬਨ ਰਾਖੈ ਪ੍ਰਾਨ, ਕਹੋ ਨਾਨਕ ਗੁਰ ਕਉ ਕੁਰਬਾਨ। ਇਹ ਨਾਨਕ ਆਖ,
ਇਹ ਭਾਈ ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਗੁਰੂ ਸ਼ਰਨ ਪਏ ਸੇਵਕ ਦੀ ਜਿੰਦ ਨੂੰ, ਸਰੀਰ ਨੂੰ, ਜੋਬਨ ਨੂੰ, ਪ੍ਰਾਣਾਂ ਨੂੰ ਵਿਕਾਰ ਆਦਿਕ ਤੋਂ ਬਚਾ ਕੇ ਰੱਖਦਾ ਹੈ। ਆਸਾ ਘਰ 8ਵਾਂ, ਕਾਫੀ ਮਹਿਲਾ 5ਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ, ਜਿਉ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ। ਗੁਰੂ ਸਾਹਿਬ ਕਹਿੰਦੇ ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਸੱਚ ਸਾਹਿਬ ਹੈ, ਤੇ ਮੈਂ ਉਸ ਸੱਚੇ ਸਾਹਿਬ ਦਾ ਮੁੱਲ ਖਰੀਦ ਗੁਲਾਮ ਹਾਂ। ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਸਭ ਕੁਝ ਉਸ ਮਾਲਕ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਹੇ ਪ੍ਰਭੂ, ਮੇਰੇ ਪਾਸ ਜੋ ਵੀ ਹੈ ਤੇਰਾ ਹੀ ਬਖਸ਼ਿਆ ਹੋਇਆ ਹੈ, ਸਭ ਕਿਛ ਹੈ ਤੇਰਾ। ਮਾਨ ਨਿਮਾਣੇ ਤੂੰ ਧਣੀ, ਤੇਰਾ ਪ੍ਰਭਾਸਾ, ਬਿਨ ਸਾਚੇ ਅਨਟੇਕ ਹੈ, ਸੋ ਜਾਣੋ ਕਾਚਾ ਰਹਾਓ। ਹੇ ਪ੍ਰਭੂ, ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈ, ਮੈਨੂੰ ਤੇਰਾ ਹੀ ਪ੍ਰਭਾਸਾ ਹੈ। ਜਿਹੜੇ ਮਨੁੱਖ ਨੂੰ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਤੋਂ ਬਿਨਾਂ ਕਿਸੇ ਵੀ ਹੋਰ ਸਹਾਰੇ ਦੀ ਆਸ ਰਹਿੰਦੀ ਹੈ, ਕਿਸੇ ਹੋਰ ਦੀ ਝਾਕ ਰਹਿੰਦੀ ਹੈ, ਸਮਝ ਲਓ ਕਿ ਉਹ ਹਲੇ ਕਮਜ਼ੋਰ ਜੀਵਨ ਵਾਲਾ ਹੈ। ਉਹਦਾ ਆਤਮਿਕ ਜੀਵਨ ਇੰਨਾ ਮਜ਼ਬੂਤ ਨਹੀਂ ਹੋਇਆ। ਜਦੋਂ ਆਤਮਿਕ ਜੀਵਨ ਪੂਰੀ ਤਰ੍ਹਾਂ ਦੇ ਨਾਲ ਮਜ਼ਬੂਤ ਹੋ ਜਾਏ ਤੇ ਸਾਨੂੰ ਸਿਰਫ ਉਸ ਪ੍ਰਮਾਤਮਾ ਤੱਕ ਹੀ ਝਾਕ ਰਹਿੰਦੀ ਹੈ, ਸਿਰਫ ਉਸ ਪ੍ਰਮਾਤਮਾ ਤੋਂ ਹੀ ਆਸ ਰਹਿੰਦੀ ਹੈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ, ਸੋ ਚੱਲੈ ਰਜਾਏ। ਇਹ ਪ੍ਰਮਾਤਮਾ ਤੇਰਾ ਹੁਕਮ ਬੇਅੰਤ ਹੈ, ਕੋਈ ਵੀ ਜੀਵ ਤੇਰੇ ਹੁਕਮ ਦਾ ਅੰਤ ਨਹੀਂ ਲੱਭ ਸਕਦਾ। ਤੇਰੀ ਮਿਹਰ ਨਾਲ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਤੇਰੇ ਹੁਕਮ ਵਿੱਚ ਤੁਰਦਾ ਹੈ। ਇੰਜ ਤੇ ਅਸੀਂ ਸਾਰੇ ਹੀ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਤੁਰਦੇ ਹਾਂ। ਪ੍ਰਮਾਤਮਾ ਦੀ ਰਜ਼ਾ ਤੋਂ ਬਿਨਾਂ ਅਸੀਂ ਕਹਿੰਦੇ ਹਾਂ ਪੱਤਾ ਵੀ ਨਹੀਂ ਹਿਲਦਾ, ਤੇ ਉਹ ਨਹੀਂ ਹਿਲਦਾ। ਜਿਵੇਂ ਪ੍ਰਮਾਤਮਾ ਸਾਡੇ ਜੀਵਨ ਨੂੰ ਨਿਰਧਾਰਿਤ ਕਰਦਾ ਹੈ, ਅਸੀਂ ਉਂਝ ਹੀ ਬਤੀਤ ਕਰਦੇ ਹਾਂ। ਇੰਨੀ ਕੁ ਗੱਲ ਜ਼ਰੂਰ ਹੈ ਕਿ ਮਾਨਸਿਕ ਤੌਰ 'ਤੇ ਉਸ ਜੀਵਨ ਦੇ ਬਾਰੇ 'ਚ ਅਸੀਂ ਸੋਚਦੇ ਕੀ ਹਾਂ, ਉਹ ਸਾਡੀ ਆਪਣੀ ਸੋਚ ਹੈ। ਸੋ ਜਿਹੜਾ ਮਨੁੱਖ ਵਾਕਿਆ ਹੀ ਗੁਰੂ ਦੇ ਲੜ ਲੱਗਿਆ ਹੈ, ਜੋ ਵਾਕਿਆ ਹੀ ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ ਹੈ, ਉਸ ਗੱਲ ਨੂੰ ਮੰਨਦਾ ਵੀ ਹੈ ਕਿ ਮੈਂ ਪ੍ਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ, ਕਿ ਮੇਰੇ ਜੀਵਨ ਦੇ ਵਿੱਚ ਘਟ ਰਹੀਆਂ ਇਹ ਘਟਨਾਵਾਂ ਪ੍ਰਮਾਤਮਾ ਦੇ ਹੁਕਮ ਅਧੀਨ ਨੇ, ਇਸ ਕਰਕੇ ਮੈਨੂੰ ਇਹਨਾਂ ਤੋਂ ਦੁਖੀ ਹੋਣ ਦੀ ਲੋੜ ਨਹੀਂ। ਚਤੁਰਾਈ ਸਿਆਣਪਾਂ ਕਿਤੈ ਕਾਮ ਨਾ ਆਈਐ, ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਖੁਸ਼ ਹੋਇਆ ਪ੍ਰਮਾਤਮਾ ਜੋ ਸਾਨੂੰ ਸੁੱਖ ਬਖਸ਼ਦਾ ਹੈ, ਉਹੀ ਸੁੱਖ ਅਸੀਂ ਪ੍ਰਾਪਤ ਕਰਦੇ ਹਾਂ। ਭਾਵ ਕਿ ਪ੍ਰਮਾਤਮਾ ਨੇ ਸਾਡੇ ਜੀਵਨ ਦੇ ਵਿੱਚ ਦੁਨਿਆਵੀ ਤੌਰ 'ਤੇ ਜਿਹੜੇ ਸੁੱਖ ਲਿਖੇ ਨੇ, ਸਾਨੂੰ ਉਹੀ ਮਿਲਣੇ ਨੇ, ਉਹ ਤੋਂ ਇਲਾਵਾ ਨਹੀਂ ਮਿਲਣੇ। ਫਿਰ ਵੀ ਅਸੀਂ ਹੋਰ ਵਧੇਰੇ ਸੁੱਖ ਹਾਸਲ ਕਰਨ ਦੇ ਲਈ ਅਨੇਕਾਂ ਚਤੁਰਾਈਆਂ ਕਰਦੇ ਹਾਂ, ਅਨੇਕਾਂ ਸਿਆਣਪਾਂ ਕਰਦੇ ਹਾਂ, 100 ਪਾਪੜ ਵੇਲਦੇ ਹਾਂ, ਇੱਧਰ ਉੱਧਰ ਹੱਥ ਪੈਰ ਮਾਰਦੇ ਹਾਂ ਕਿ ਇੱਥੋਂ ਵੀ ਸੁੱਖ ਮਿਲ ਜਾਏ, ਉੱਥੋਂ ਵੀ ਮਿਲ ਜਾਏ। ਨਤੀਜੇ ਵਜੋਂ ਅਸੀਂ ਸਹੇੜਦੇ ਦੁੱਖ ਹੀ ਹਾਂ। ਸੁੱਖ ਸਾਨੂੰ ਓਨਾ ਹੀ ਮਿਲਣਾ ਜੋ ਪ੍ਰਮਾਤਮਾ ਨੇ ਸਾਡੇ ਲਈ ਨਿਰਧਾਰਿਤ ਕੀਤਾ ਹੈ। ਜੇ ਲੱਖ ਕਰਮ ਕਮਾਈ ਹੈ, ਕਿਛ ਪਵੈ ਨਾ ਬੰਦਾ। ਦੁਨੀਆ ਦੇ ਵਿੱਚ ਸੁੱਖਾਂ ਦੁੱਖਾਂ ਦਾ ਚੱਕਰ ਚੱਲਦਾ ਹੀ ਆ ਰਿਹਾ ਹੈ। ਜੇਕਰ ਲੱਖ ਧਾਰਮਿਕ ਕਾਰਜ ਵੀ ਕਰ ਲਈਏ, ਦੁੱਖਾਂ ਦੇ ਰਾਹ ਦੇ ਵਿੱਚ ਅਸੀਂ ਰੋਕ ਪਾ ਨਹੀਂ ਸਕਦੇ। ਦੁਨਿਆਵੀ ਤੌਰ 'ਤੇ ਜੋ ਦੁੱਖਮਈ ਘਟਨਾਵਾਂ ਨੇ, ਉਹ ਆਉਂਦੀਆਂ ਹੀ ਰਹਿਣਗੀਆਂ। ਜਿੰਨੇ ਮਰਜ਼ੀ ਅਸੀਂ ਧਾਰਮਿਕ ਕਾਰਜ ਕਰੀ ਚੱਲੀਏ, ਚਤੁਰਾਈਆਂ ਕਰ ਲਈਏ, ਸਿਆਣਪਾਂ ਵਰਤ ਲਈਏ, ਅਸੀਂ ਬਿਮਾਰ ਹੋਣੋਂ ਨਹੀਂ ਬਚ ਸਕਦੇ, ਤੇ ਬਿਮਾਰੀ ਦੁੱਖ ਦਾ ਕਾਰਨ ਮੰਨੀ ਜਾਂਦੀ। ਦੁਨਿਆਵੀ ਤੌਰ 'ਤੇ ਹੋਣ ਵਾਲਾ ਇੱਕ ਅਜਿਹਾ ਵਰਤਾਰਾ ਹੈ ਬਿਮਾਰ ਹੋਣਾ, ਜਿਹਨੂੰ ਅਸੀਂ ਦੁੱਖਮਈ ਵਰਤਾਰਾ ਮੰਨਦੇ ਹਾਂ। ਮੌਤ, ਉਹਨੂੰ ਅਸੀਂ ਦੁੱਖਮਈ ਵਰਤਾਰਾ ਮੰਨਦੇ ਹਾਂ। ਜਿੰਨੇ ਮਰਜ਼ੀ ਧਾਰਮਿਕ ਕਾਰਜ ਕਰ ਲਈਏ, ਆਪਣੇ 'ਤੇ ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ 'ਤੇ, ਸਕੇ ਸੰਬੰਧੀ 'ਤੇ ਮੌਤ ਆਉਣ ਤੋਂ ਤੇ ਨਹੀਂ ਰੋਕ ਸਕਦੇ। ਉਹ ਇੱਕ ਅਟੱਲ ਸੱਚਾਈ ਹੈ, ਉਹ ਆਏਗੀ। ਅਤੇ ਦੁਨਿਆਵੀ ਤੌਰ 'ਤੇ ਮੌਤ ਨੂੰ ਅਸੀਂ ਦੁੱਖਮਈ ਵਰਤਾਰਾ ਮੰਨਦੇ ਹਾਂ। ਨੁਕਸਾਨ ਹੋ ਜਾਣਾ ਕਿਸੇ ਵੀ ਪ੍ਰਕਾਰ ਦਾ, ਉਹਨੂੰ ਅਸੀਂ ਦੁੱਖਮਈ ਵਰਤਾਰਾ ਮੰਨਦੇ ਹਾਂ। ਜੋ ਮਰਜ਼ੀ ਕਰੀ ਚੱਲੀਏ, ਜੀਵਨ ਦੇ ਵਿੱਚ ਨੁਕਸਾਨ ਤੇ ਹੁੰਦੇ ਹੀ ਰਹਿੰਦੇ ਨੇ, ਤੇ ਉਹ ਹੁੰਦੇ ਹੀ ਰਹਿਣਗੇ। ਨੁਕਸਾਨ ਕਦੇ ਵੀ ਹੋਣੋਂ ਨਹੀਂ ਹਟਦੇ। ਸੋ ਕਹਿਣ ਤੋਂ ਭਾਵ ਕਿ ਦੁੱਖਾਂ ਦੇ ਰਾਹ ਵਿੱਚ ਕੋਈ ਵਾਧਾ ਅਸੀਂ ਪਾ ਨਹੀਂ ਸਕਦੇ, ਭਾਵੇਂ ਲੱਖ ਕਾਰਜ ਕਰ ਲਈਏ, ਲੱਖ ਅਸੀਂ ਸਿਆਣਪਾਂ ਕਰ ਲਈਏ। ਸਾਡੇ ਜੀਵਨ ਦੇ ਵਿੱਚ ਇਹ ਦੁੱਖਮਈ ਵਰਤਾਰੇ ਸਮੇਂ-ਸਮੇਂ 'ਤੇ ਆਉਂਦੇ ਹੀ ਰਹਿਣਗੇ। ਜਨ ਨਾਨਕ ਕੀਤਾ ਨਾਮ ਧਰ,
ਹੋਰ ਛੋੜਿਆ ਧੰਦਾ। ਇਸੇ ਕਰਕੇ ਦਾਸ ਨਾਨਕ ਨੇ ਪਰਮਾਤਮਾ ਦੇ ਨਾਮ ਨੂੰ ਆਸਰਾ ਬਣਾ ਲਿਆ, ਬਾਕੀ ਸਾਰੀ ਹੀ ਦੌੜ ਭੱਜ ਛੱਡ ਦਿੱਤੀ। ਸੁੱਖਾਂ ਦੀ ਖਾਤਰ ਕਰਨ ਵਾਲੀ ਦੌੜ ਭੱਜ ਛੱਡ ਦਿੱਤੀ, ਤਿਆਗ ਦਿੱਤੀ। ਜੋ ਗੁਰੂ ਦੇ ਸਿੱਖ ਹਨ ਉਹ ਸੁੱਖਾਂ ਪਿੱਛੇ ਦੌੜਦੇ ਹੀ ਨਹੀਂ, ਉਹ ਕਿਸੇ ਵੀ ਪ੍ਰਕਾਰ ਦੇ ਪਾਪੜ ਨਹੀਂ ਵੇਲਦੇ ਕਿ ਅਸੀਂ ਸੁੱਖ ਹਾਸਲ ਕਰ ਲਈਏ। ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਖੁਸ਼ ਰਹਿੰਦੇ ਨੇ, ਸੁਖੀ ਰਹਿੰਦੇ ਨੇ, ਆਨੰਦਿਤ ਰਹਿੰਦੇ ਨੇ। ਉਹ ਆਪਣੇ ਜੀਵਨ ਦੇ ਵਿੱਚ ਘਟਣ ਵਾਲੀ ਹਰ ਘਟਨਾ ਨੂੰ ਉਸ ਪ੍ਰਮਾਤਮਾ ਦੀ ਬਖਸ਼ਿਸ਼ ਸਮਝਦੇ ਨੇ। ਕਿਸੇ ਵੀ ਘਟਨਾ ਨੂੰ ਦੁੱਖਮਈ ਜਾਂ ਸੁਖਮਈ ਦਾ ਲੇਬਲ ਨਹੀਂ ਲਾਉਂਦੇ। ਇਹੀ ਅਸਲੀ ਜੀਵਨ ਕਲਾ ਹੈ। ਜੇ ਅਸੀਂ ਵਾਕਈ ਸੁਖੀ ਹੋਣਾ ਚਾਹੁੰਦੇ ਹਾਂ ਤਾਂ ਹਰ ਵਰਤਾਰੇ ਨੂੰ ਪ੍ਰਮਾਤਮਾ ਦੀ ਬਖਸ਼ਿਸ਼ ਮੰਨਣ ਲੱਗੀਏ। ਸੁੱਖ ਹੀ ਸੁੱਖ ਪ੍ਰਾਪਤ ਕਰਾਂਗੇ ਤੇ ਕਿਧਰੇ ਦੌੜ ਭੱਜ ਕਰਨ ਦੀ ਲੋੜ ਵੀ ਨਹੀਂ ਹੋਏਗੀ। ਆਸਾ ਮਹਿਲਾ ਪੰਜਵਾਂ। ਸਰਬ ਸੁੱਖਾਂ ਮੈਂ ਭਾਲਿਆ, ਹਰ ਜੀਵੜ ਨਾ ਕੋਈ, ਗੁਰ ਤੁੱਠੇ ਤੇ ਪਾਈਐ, ਸੱਚ ਸਾਹਿਬ ਸੋਈ। ਉਸੇ ਹੀ ਗੱਲ ਨੂੰ ਨਿਰੰਤਰ ਰੱਖਦੇ ਹੋਏ ਗੁਰੂ ਅਰਜਨ ਸਾਹਿਬ ਕਹਿੰਦੇ, ਮੈਂ ਦੁਨੀਆ ਦੇ ਸਾਰੇ ਸੁੱਖਾਂ ਨੂੰ ਖੋਜ ਕੇ ਵੇਖ ਲਿਆ, ਪ੍ਰਮਾਤਮਾ ਦੇ ਮਿਲਾਪ ਦੇ ਬਰਾਬਰ ਦਾ ਕੋਈ ਸੁੱਖ ਹੈ ਹੀ ਨਹੀਂ। ਉਹ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਮਾਤਮਾ ਪ੍ਰਸੰਨ ਹੋਏ ਗੁਰੂ ਪਾਸੋਂ ਮਿਲਦਾ ਹੈ। ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ, ਨਾਮ ਨਾ ਵਿਸਰੋ ਇੱਕ ਖਿਨ ਚਸਾਂ, ਇਹੋ ਕੀਜੈ ਦਾਨਾ ਰਹਾਓ। ਹੇ ਭਾਈ, ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹੁੰਦਾ ਹਾਂ, ਸਦਾ ਕੁਰਬਾਨ ਜਾਂਦਾ ਹਾਂ। ਮੈਂ ਗੁਰੂ ਪਾਸ ਹੀ ਅਰਜ਼ੋਈ ਕਰਦਾ ਕਿ ਹੇ ਗੁਰੂ, ਮੈਨੂੰ ਇਹ ਦਾਨ ਦੇ ਕਿ ਮੈਂ ਪ੍ਰਮਾਤਮਾ ਦਾ ਨਾਮ ਇੱਕ ਖਿਨ ਵਾਸਤੇ, ਇੱਕ ਚਸੇ ਵਾਸਤੇ ਵੀ ਨਾ ਭੁਲਾਵਾਂ। ਭਾਗਠ ਸੱਚਾ ਸੋਏ ਹੈ, ਜਿਸ ਹਰ ਧਨ ਅੰਤਰ, ਸੋ ਛੂਟੈ ਮਹਾ ਜਾਲ ਤੇ, ਜਿਸ ਗੁਰ ਸ਼ਬਦ ਨਿਰੰਤਰ। ਭਾਗਠ ਤੋਂ ਭਾਵ ਭਾਗਾਂ ਵਾਲਾ, ਧਨਾੜ, ਸ਼ਾਹੂਕਾਰ। ਗੁਰੂ ਸਾਹਿਬ ਕਹਿੰਦੇ, ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਧਨ ਵਸਦਾ ਹੋਵੇ, ਅਸਲ ਸ਼ਾਹੂਕਾਰ ਉਹੀ ਹੈ। ਜਿਸ ਮਨੁੱਖ ਦੇ ਅੰਦਰ ਗੁਰੂ ਦਾ ਸ਼ਬਦ ਇੱਕ ਰਸ ਟਿਕਿਆ ਰਹੇ, ਉਹ ਮਨੁੱਖ ਮਾਇਆ ਦੇ ਮੋਹ ਦੇ ਵੱਡੇ ਜਾਲ ਵਿੱਚ ਨਹੀਂ ਫਸਦਾ, ਜਾਲ ਦੇ ਵਿੱਚ ਫਸਣ ਤੋਂ ਬਚ ਜਾਂਦਾ ਹੈ। ਸੋ ਛੁੱਟੈ ਮਹਾ ਜਾਲ ਤੇ, ਜਿਸ ਗੁਰ ਸ਼ਬਦ ਨਿਰੰਤਰ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤ ਸਰ, ਉਹ ਆਦ ਜੁਗਾਤੀ, ਜੁਗੋ ਜੁਗ ਪੂਰਾ ਪਰਮੇਸ਼ਰ। ਗੁਰੂ ਸਾਹਿਬ ਕਹਿੰਦੇ ਕਿ ਭਾਈ, ਗੁਰੂ ਦੀ ਮਹਿਮਾ ਮੈਂ ਕੀ ਹੀ ਆਖਾਂ, ਮੈਂ ਇਸ ਯੋਗ ਹੀ ਨਹੀਂ ਕਿ ਇਹ ਦੱਸ ਸਕਾਂ ਕਿ ਗੁਰੂ ਕਿੱਡਾ ਵੱਡਾ ਹੈ। ਗੁਰੂ ਵਿਵੇਕ ਦਾ ਸਰੋਵਰ ਹੈ, ਉੱਚੇ ਆਚਰਣ ਦਾ ਸਰੋਵਰ ਹੈ। ਗੁਰੂ ਉਹ ਪੂਰਨ ਪਰਮੇਸ਼ਰ ਦਾ ਰੂਪ ਹੈ ਜਿਹੜਾ ਸਭ ਦਾ ਮੁੱਢ ਹੈ, ਜਿਹੜਾ ਯੁਗਾਂ ਦੇ ਆਦਿ ਤੋਂ ਹੈ, ਜਿਹੜਾ ਹਰੇਕ ਯੁੱਗ ਵਿੱਚ ਮੌਜੂਦ ਹੈ। ਨਾਮ ਧਿਆਵੋ ਸਦ ਸਦਾ, ਹਰ ਹਰ ਮਨ ਰੰਗੇ, ਜਿਉ ਪ੍ਰਾਣ ਧਨ ਗੁਰੂ ਹੈ, ਨਾਨਕ ਕੈ ਸੰਗੈ। ਹੇ ਭਾਈ, ਸਦਾ ਹੀ ਪ੍ਰਮਾਤਮਾ ਦਾ ਨਾਮ ਸਿਮਰਦੇ ਰਹੋ। ਆਪਣੇ ਮਨ ਨੂੰ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗੀ ਰੱਖੋ। ਇਹ ਨਾਮ ਮਿਲਣਾ ਗੁਰੂ ਪਾਸੋਂ ਹੀ। ਉਹ ਗੁਰੂ ਮੈਂ ਨਾਨਕ ਦੇ ਅੰਗ ਸੰਗ ਵਸਦਾ ਹੈ। ਗੁਰੂ ਹੀ ਮੇਰੀ ਜਿੰਦ ਹੈ, ਗੁਰੂ ਹੀ ਮੇਰੇ ਪ੍ਰਾਣ ਹੈ, ਗੁਰੂ ਹੀ ਮੇਰਾ ਧਨ ਹੈ। ਅਰਦਾਸ ਕਰੀਏ ਉਸ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਲਈ ਵੀ ਗੁਰੂ ਹੀ ਸਭ ਕੁਝ ਹੋ ਜਾਏ, ਗੁਰੂ ਹੀ ਧਨ ਹੋ ਜਾਏ, ਗੁਰੂ ਹੀ ਸਾਡੇ ਤਨ ਮਨ ਦਾ ਆਸਰਾ ਹੋ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 396ਵੇਂ ਅੰਗ ਦੀ ਬਾਣੀ ਤੋਂ ਇੱਕ ਗੱਲ ਜ਼ਰੂਰ ਸਿੱਖੀਏ। ਸਿਆਣਪਾਂ, ਚਤੁਰਾਈਆਂ, ਮਿੱਥੇ ਹੋਏ ਧਾਰਮਿਕ ਕਾਰਜ ਜਿਹੜੇ ਅਸੀਂ ਸੁੱਖ ਪ੍ਰਾਪਤ ਕਰਨ ਦੇ ਲਈ ਕਰਦੇ ਰਹਿੰਦੇ ਹਾਂ, ਛੱਡ ਦਈਏ। ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ। ਛੱਡ ਦਈਏ, ਤਿਆਗ ਦਈਏ। ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਦਾ ਆਸਰਾ ਬਣਾ ਲਈਏ, ਪ੍ਰਮਾਤਮਾ 'ਤੇ ਆਸ ਟਿਕਾ ਲਈਏ, ਪ੍ਰਮਾਤਮਾ ਦੀ ਰਜ਼ਾ ਨੂੰ ਖਿੜੇ ਮੱਥੇ ਕਬੂਲ ਕਰ ਲਈਏ। ਆਪਣੇ ਜੀਵਨ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ 'ਤੇ ਸੁਖਮਈ ਜਾਂ ਦੁੱਖਮਈ ਦੇ ਲੇਬਲ ਲਾਉਣੇ ਬੰਦ ਕਰ ਦਈਏ। ਹਰ ਘਟਨਾ ਨੂੰ ਪ੍ਰਮਾਤਮਾ ਦੀ ਬਖਸ਼ਿਸ਼, ਪ੍ਰਮਾਤਮਾ ਦਾ ਪ੍ਰਸ਼ਾਦ ਸਮਝ ਕੇ ਕਬੂਲ ਕਰ ਲਈਏ। ਇੰਜ ਕਰਨ ਦੇ ਵਿੱਚ ਅਸੀਂ ਸਫਲ ਹੋ ਜਾਈਏ ਤੇ ਸਾਡਾ ਜੀਵਨ ਸੁਖਾਲਾ ਹੀ ਸੁਖਾਲਾ ਹੈ। ਜੀਵਨ ਦੇ ਵਿੱਚ ਸੁੱਖਾਂ ਦਾ ਵਹਾਅ ਨਿਰੰਤਰ ਚੱਲਦਾ ਰਹੇਗਾ। ਘਟਨਾਵਾਂ ਹਰ ਪ੍ਰਕਾਰ ਦੀਆਂ ਆਉਣਗੀਆਂ, ਦੁਨਿਆਵੀ ਨਜ਼ਰੀਏ ਤੋਂ ਸੁਖਮਈ ਵੀ ਤੇ ਦੁੱਖਮਈ ਵੀ, ਪਰ ਤੁਸੀਂ ਸਥਿਰ ਰਹੋਗੇ, ਤੁਸੀਂ ਸੁਖੀ ਰਹੋਗੇ, ਤੁਸੀਂ ਖੁਸ਼ ਰਹੋਗੇ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।